ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਆਇ ਸਭਾ ਪੂਰਨ ਭਈ ਲੋਚਨ ਅਰਬਿੰਦਾ, ਬੰਦਤ ਵਿਕਸਤ ਦੇਖਤੇ ਰਵ ਹਰ ਗੋਵਿੰਦਾ। ਕਹਿੰਦੇ ਖਾਂ ਆਇਓ ਤਬਹਿ ਜੁਤ ਸਿਪਰ ਕਿਰਪਾਨਾ, ਪਗ ਪੰਕਜ ਪਰ ਸਿਰ ਧਰਿਓ ਪਖਿਆਨਤ ਠਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਸਫਲੀਆਂ ਕਰ ਰਹੇ ਹੋ ਤੇ ਗੁਰੂ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹੋ। ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਦਾ ਯੁੱਧ, ਸ੍ਰੀ ਮਹਾਰਾਜ ਨਗਰ ਦਾ ਤੀਸਰਾ ਯੁੱਧ ਜਿੱਤ ਕੇ ਸ੍ਰੀ ਕਰਤਾਰਪੁਰ ਸਾਹਿਬ ਆਏ ਹਨ। ਆਪਣੇ ਪਰਿਵਾਰ ਨੂੰ, ਆਪਣੀ ਗੁਰਸਿੱਖ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ੇ ਹਨ। ਅਗਲੇ ਦਿਨ ਮਹਾਰਾਜ ਦੇ ਦਰਬਾਰ ਵਿੱਚ ਪੈਂਦੇ ਖਾਂ ਆਇਆ ਸੀ। ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਉਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਇ ਸਭਾ ਪੂਰਨ ਭਈ ਲੋਚਨ ਅਰਬਿੰਦਾ। ਮਹਾਰਾਜ ਦਾ ਦਰਬਾਰ ਸਜ ਗਿਆ। ਸਜੀ ਹੋਈ ਸੰਗਤ ਗੁਰੂ ਦੇ ਦਰਬਾਰ 'ਚ ਸ਼ੋਭਾ ਪਾ ਰਹੀ ਹੈ ਔਰ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੀ ਹੈ। ਜਿਵੇਂ ਸਾਧ ਸੰਗਤ ਜੀ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ ਹੈ, ਏਦਾਂ ਗੁਰੂ ਕੇ ਸਿੱਖਾਂ ਦੇ ਨੇਤਰ ਕਮਲ ਖਿੜ ਰਹੇ ਹਨ। ਬੰਦਤ ਵਿਕਸਤ ਦੇਖਤੇ ਰਵ ਹਰ ਗੋਬਿੰਦਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੂਰਜ ਦੇ ਸਮਾਨ ਹਨ। ਸਤਿਗੁਰਾਂ ਨੂੰ ਵੇਖ ਵੇਖ ਕੇ ਗੁਰੂ ਕੀਆਂ ਸੰਗਤਾਂ ਨੂੰ ਚਾਹ ਚੜ ਰਿਹਾ ਹੈ। ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜਦਾ ਹੈ, ਏਦਾਂ ਸਿੱਖਾਂ ਦੀਆਂ ਅੱਖਾਂ ਪ੍ਰਫੁੱਲਤ ਹੋ ਰਹੀਆਂ ਹਨ। ਪੈਂਦੇ ਖਾਂ ਆਇਓ ਤਬਹਿ ਜੁਤ ਸਿਪਰ ਕਿਰਪਾਨਾ। ਇਤਨੇ ਨੂੰ ਪੈਂਦੇ ਖਾਨ ਜੋ ਗੁਰੂ ਮਹਾਰਾਜ ਦੀ ਫੌਜ ਦਾ ਪਾਲਿਆ ਹੋਇਆ ਸੂਰਬੀਰ ਯੋਧਾ ਸੀ, ਪਰ ਹੰਕਾਰ ਹੋਣ ਕਰਕੇ ਗੁਰੂ ਸਾਹਿਬ ਜੀ ਨੇ ਪਿਛਲੀਆਂ 2 ਜੰਗਾਂ ਵਿੱਚ ਇਸ ਨੂੰ ਸ਼ਾਮਲ ਨਹੀਂ ਸੀ ਕੀਤਾ। ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਨੇੜੇ ਹੀ ਪਿੰਡ ਹੈ ਛੋਟੇ ਮੀਰ, ਉਥੋਂ ਚੱਲ ਕੇ ਆਇਆ ਹੈ। ਪਗ ਪੰਕਜ ਪਰ ਸਿਰ ਧਰਿਓ ਪਿਖ ਆਨੰਦ ਠਾਨਾ। ਆ ਕੇ ਮਹਾਰਾਜ 10ਵੇਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਤੇ ਚਰਨਾਂ ਤੇ ਮੱਥਾ ਟੇਕਿਆ ਹੈ। ਕੁਸ਼ਲ ਪ੍ਰਸ਼ੰਸਤ ਗੁਰ ਕਰਿਓ ਕਰ ਜੋਰ ਬਖਾਨਾ। ਤੇ ਸਤਿਗੁਰੂ ਜੀ ਨੇ ਪੈਂਦੇ ਖਾਂ ਦੀ ਸੁਖ ਸ਼ਾਂਤ ਪੁੱਛੀ ਹੈ ਤੇ ਪੈਂਦੇ ਖਾਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ। ਮੈਂ ਰਾਵਰ ਕੀ ਕਿਰਪਾ ਤੇ ਸਦ ਹੀ ਸੁਖ ਸਾਨਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ, ਮੇਰੇ ਤੇ ਆਪ ਜੀ ਦੀ ਬੜੀ ਕਿਰਪਾ ਹੈ। ਆਪ ਜੀ ਨੇ ਮੈਨੂੰ ਸਾਰੇ ਹੀ ਸੁੱਖ ਦਿੱਤੇ ਹੋਏ ਨੇ। ਮੇਰਾ ਘਰ-ਬਾਰ ਪਰਿਵਾਰ ਸਭ ਰਾਜੀ ਬਾਜੀ ਹੈ। ਸੰਗਰ ਭਇਓ ਬਿਲੰਦ ਹੀ ਨਹਿ ਮੋਹਿ ਬੁਲਾਵਾ। ਮਹਾਰਾਜ ਪਤਾ ਲੱਗਾ ਵੀ ਬੜਾ ਵੱਡਾ ਜੰਗ ਹੋਇਆ ਮਹਾਰਾਜ ਦੀ ਧਰਤੀ ਤੇ। ਆਪ ਜੀ ਨੇ ਮੈਨੂੰ ਬੁਲਾਇਆ ਕਿਉਂ ਨਹੀਂ ਮਹਾਰਾਜ? ਮੈਨੂੰ ਮਾੜਾ ਜਿਹਾ ਸੁਨੇਹਾ ਭੇਜ ਦਿੰਦੇ ਜੰਗ ਤੋਂ ਪਹਿਲਾਂ ਤੇ ਮੈਂ ਵੀ ਜੰਗ ਵਿੱਚ ਵੈਰੀਆਂ ਦੇ ਆਹੂ ਲਾਂਦਾ। ਨਹਿ ਆਇਓ ਤਬ ਕਾਜ ਤਹਿ ਨਿਸਫਲਤਾ ਪਾਵਾ। ਮਹਾਰਾਜ ਮੈਨੂੰ ਇੰਜ ਲੱਗਦਾ ਵੀ ਮੇਰਾ ਜਨਮ ਨਿਸਫਲ ਜਾ ਰਿਹਾ। ਮੈਂ ਆਪ ਜੀ ਦੀ ਸੇਵਾ ਵਿੱਚ ਗੁਰੂ ਘਰ ਦੇ ਕਿਸੇ ਕੰਮ ਨਹੀਂ ਆਇਆ। ਮਹਾਰਾਜ ਮੈਨੂੰ ਆਪ ਜੀ ਨੇ ਜੰਗ ਵਿੱਚ ਸੇਵਾ ਦਾ ਮੌਕਾ ਨਹੀਂ ਦਿੱਤਾ। ਸੁਨ ਸਤਿਗੁਰ ਧੀਰਜ ਦਈ ਪੁਨ ਜੰਗ ਮਚੈ ਕੋ। ਮਹਾਰਾਜ ਛੇਵੇਂ ਪਾਤਸ਼ਾਹ ਪੈਂਦੇ ਖਾਂ ਦੀ ਗੱਲ ਸੁਣ ਕੇ ਕਹਿੰਦੇ ਕੋਈ ਨਹੀਂ ਪੈਂਦੇ ਖਾਂ, ਅਜੇ ਕਿਹੜਾ ਸਮਾਂ ਲੰਘ ਗਿਆ, ਫਿਰ ਜੰਗ ਹੋ ਜਾਏਗਾ। ਜੰਗ ਤਾਂ ਹੁੰਦੇ ਹੀ ਰਹਿੰਦੇ ਹਨ। ਤਹਾਂ ਕਾਮ ਤੂੰ ਆਏ ਹੈ ਰਜ ਸ਼੍ਰੋਣ ਰਚੈ ਗੋ। ਮਹਾਰਾਜ ਕਹਿੰਦੇ ਉੱਥੇ ਤੂੰ ਕੰਮ ਆਵੇਂਗਾ। ਬਚਨ ਹੋ ਗਿਆ। ਕੰਮ ਆਉਣ ਦਾ ਮਤਲਬ ਹੁੰਦਾ, ਇੱਕ ਤਾਂ ਹੁੰਦਾ ਵੀ ਕਿਸੇ ਦੇ ਕੰਮ ਆਉਣਾ, ਮਦਦ ਕਰਨੀ, ਸੇਵਾ ਕਰਨੀ। ਜਿਵੇਂ ਆਪਾਂ ਹੈਲਪ ਕਰਦੇ ਹਾਂ ਇੱਕ ਦੂਸਰੀ ਦੀ, ਉਹਨੂੰ ਵੀ ਕਹਿੰਦੇ ਕੰਮ ਆਉਣਾ। ਲੜਾਈ ਦੇ ਵਿੱਚ ਕੰਮ ਆਉਣ ਦਾ ਮਤਲਬ ਹੋਰ ਹੁੰਦਾ ਹੈ, ਮਰ ਜਾਣਾ, ਸ਼ਹੀਦ ਹੋ ਜਾਣਾ, ਖਤਮ ਹੋ ਜਾਣਾ। ਮਹਾਰਾਜ ਕਹਿੰਦੇ ਜੰਗ ਫੇਰ ਹੋਵੇਗਾ, ਤੂੰ ਉੱਥੇ ਕੰਮ ਆਵੇਂਗਾ। ਤੂਸ਼ਨ ਹੋਇਓ ਖਾਨ ਤਬ ਨਹਿ ਬੋਲ ਸਕੰਤਾ। ਕਹਿੰਦੇ ਪੈਂਦੇ ਖਾਂ ਮਹਾਰਾਜ ਦੇ ਬਚਨ ਸੁਣ ਕੇ ਚੁੱਪ ਕਰ ਗਿਆ, ਕੁਝ ਬੋਲ ਨਹੀਂ ਸਕਿਆ। ਕਾਰਨ ਇਹ ਸੀ ਕਿ ਜਦੋਂ ਪਹਿਲਾ ਜੰਗ ਹੋਇਆ ਸੀ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ,
7000 ਫੌਜ ਲੈ ਕੇ ਮੁਗਲ ਸਿੱਖਾਂ ਨੇ ਹਮਲਾ ਕੀਤਾ ਸੀ। ਮਹਾਰਾਜ ਦੇ ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਭਾਈ ਭਾਨੂ, ਲੱਖੂ, ਜੱਟੂ ਇੱਦਾਂ ਗੁਰੂ ਕੇ ਸੂਰਮੇ ਸ਼ਹੀਦ ਹੋਏ। ਭਾਈ ਬਿਧੀ ਚੰਦ ਆਦਿਕ ਸਿੱਖਾਂ ਨੇ, ਭਾਈ ਬਾਬਕ, ਭਾਈ ਸੰਘੇ ਪਰੋਤ ਨੇ, ਪੈਂਦੇ ਖਾਂ, ਸਾਰਿਆਂ ਨੇ ਰਲ ਕੇ ਉਹ ਲੜਾਈ ਲੜੀ। ਪੈਂਦੇ ਖਾਂ ਨੇ ਬੜਾ ਜੋਸ਼ ਨਾਲ ਯੁੱਧ ਕੀਤਾ ਤੇ ਬੜੇ ਹੱਥ ਵਿਖਾਏ। ਦੁਸ਼ਮਣ ਦੀ ਹਾਰ ਹੋ ਗਈ। ਮੁਗਲ ਸਿੱਖਾਂ ਨੂੰ 6ਵੇਂ ਪਾਤਸ਼ਾਹ ਨੇ ਮਾਰ ਦਿੱਤਾ। 7000 ਫੌਜ ਵੀ ਉਹਨਾਂ ਦੀ ਖਤਮ ਕਰ ਦਿੱਤੀ। ਬਾਅਦ ਵਿੱਚ ਕੀ ਹੋਇਆ, ਪੈਂਦੇ ਖਾਂ ਨੂੰ ਹੰਕਾਰ ਹੋ ਗਿਆ। ਉਹ ਜਿੱਥੇ ਵੀ ਲੋਕਾਂ 'ਚ ਬੈਠਿਆ ਕਰੇ, ਅੰਮ੍ਰਿਤਸਰ ਦੀ ਲੜਾਈ ਦੀਆਂ ਡੀਂਗਾਂ ਮਾਰਿਆ ਕਰੇ। ਇਹ ਗੱਲ ਵੀ ਕਹਿ ਦਿਆ ਕਰੇ ਵੀ ਜੇ ਮੈਂ ਨਾ ਹੁੰਦਾ ਤੇ ਗੁਰੂ ਸਾਹਿਬ ਦੀ ਜਿੱਤ ਨਹੀਂ ਸੀ ਹੋਣੀ, ਮੇਰੇ ਕਰਕੇ ਤੇ ਜੰਗ ਜਿੱਤਿਆ ਗਿਆ, ਮੈਂ ਇਹ ਕਰਤਾ, ਮੈਂ ਉਹ ਕਰਤਾ। ਇੱਦਾਂ ਆਪਣੀਆਂ ਵਡਿਆਈਆਂ ਆਪਣੇ ਮੂੰਹ ਤੋਂ ਕਰਿਆ ਕਰੇ ਤੇ ਗੁਰੂ ਸਾਹਿਬ ਦੇ ਸਿੱਖਾਂ ਨੂੰ, ਜਿਹੜੀ ਗੁਰੂ ਦੀ ਫੌਜ ਹੈ, ਭਾਈ ਬਿਧੀ ਚੰਦ ਵਰਗੇ ਸੂਰਮੇ, ਉਹਨਾਂ ਨੂੰ ਐਵੇਂ ਹੀ ਸਮਝੇ ਵੀ ਇਹ ਤਾਂ ਵਿਚਾਰੇ ਜੱਟ ਬੂਟੀ ਨੇ, ਇਹਨਾਂ ਨੂੰ ਕਿਹੜਾ ਲੜਨਾ ਹੁੰਦਾ, ਮੈਂ ਪਠਾਨ ਆ, ਮੈਂ ਲੜਨਾ। ਇੱਦਾਂ ਦਾ ਹੰਕਾਰ ਸੀਗਾ। ਉਹ ਜਦੋਂ ਹੰਕਾਰ ਦੇ 'ਚ ਇੱਦਾਂ ਦੇ ਬਚਨ ਕਰਦਾ ਤੇ ਗੁਰੂ ਸਾਹਿਬ ਜੀ ਨੇ ਦੂਸਰੇ ਜੰਗ ਵਿੱਚ ਉਹਨੂੰ ਸੱਦਿਆ ਨਹੀਂ। ਦੂਸਰਾ ਜੰਗ ਸ੍ਰੀ ਹਰਗੋਬਿੰਦਪੁਰੇ ਹੋਇਆ। ਮਹਾਰਾਜ ਨੇ ਪੈਂਦੇ ਖਾਂ ਨੂੰ ਬੁਲਾਇਆ ਨਹੀਂ, ਜੰਗ ਜਿੱਤ ਵੀ ਲਿਆ। ਤੇ ਪੈਂਦੇ ਖਾਂ ਕਹਿਣ ਲੱਗਾ, ਮਹਾਰਾਜ ਜੰਗ ਵਿੱਚ ਮੈਨੂੰ ਕੋਈ ਨਹੀਂ ਬੁਲਾਇਆ। ਮਹਾਰਾਜ ਕਹਿੰਦੇ ਤੇਰੇ ਬਿਨਾਂ ਹੀ ਸਰ ਗਿਆ ਸੀ। ਤੇ ਕਹਿਣ ਦਾ ਮਤਲਬ ਸੀ ਵੀ ਤੇਰੇ ਬਿਨਾਂ ਸਾਡਾ ਸਰ ਜਾਂਦਾ। ਹੰਕਾਰ ਤੋੜਨਾ ਸੀ। ਤੀਸਰੀ ਜੰਗ ਵਿੱਚ ਵੀ ਨਹੀਂ ਸੱਦਿਆ। ਹੁਣ ਫਿਰ ਲਾਂਭਾ ਦਿੰਦਾ, ਕਹਿੰਦਾ ਮਹਾਰਾਜ ਮੈਨੂੰ ਬੁਲਾ ਲੈਂਦੇ ਤੇ ਫਿਰ ਮੈਂ ਵੈਰੀ ਦੇ ਆਹੂ ਲਾ ਦਿੰਦਾ। ਮਹਾਰਾਜ ਕਹਿੰਦੇ ਕੋਈ ਨਹੀਂ, ਅਜੇ ਕਿਹੜਾ ਸਮਾਂ ਟਲ ਗਿਆ, ਅੱਗੇ ਫਿਰ ਆ ਜਾਏਗਾ ਜੰਗ, ਫਿਰ ਤੂੰ ਕੰਮ ਆ ਜਾਏਗਾ। ਹੁਣ ਜਿਹੜਾ ਚੌਥਾ ਜੰਗ ਹੋਣਾ ਹੈ ਨਾ, ਉਹ ਪੈਂਦੇ ਖਾਂ ਦੇ ਨਾਲ ਹੀ ਹੋਣਾ ਤੇ ਪੈਂਦੇ ਖਾਂ ਗੁਰੂ ਸਾਹਿਬ ਦੇ ਹੱਥੋਂ ਮਰਨਾ। ਉਹਦਾ ਇਸ਼ਾਰਾ ਸਤਿਗੁਰੂ ਜੀ ਦੀ ਰਸਨਾ ਤੋਂ ਹੋ ਗਿਆ, ਬਚਨ ਹੋ ਗਿਆ। ਹਾਂਜੀ, ਸਭਾ ਭਰੀ ਓ ਡਗਨ ਮਨਹੁ ਗੁਰਚੰਦ ਸੁਬੰਤਾ। ਸਭਾ ਭਰ ਗਈ, ਗੁਰੂ ਦੀ ਦੀਵਾਨ ਸਜ ਗਿਆ। ਇੰਜ ਲੱਗਦਾ ਜਿਵੇਂ ਤਾਰਿਆਂ ਦੇ ਵਿੱਚ 6ਵੇਂ ਪਾਤਸ਼ਾਹ ਚੰਦਰਮਾ ਦੀ ਸਮਾਨ ਬੈਠੇ ਹਨ। ਸੁਣ ਸੁਣ ਗੁਰ ਆਗਮਨ ਕੋ ਟਿਕ ਟਿਕ ਪੁਰਗਰਾਮੋ। ਗੁਰੂ ਸਾਹਿਬ ਦਾ ਆਗਮਨ ਸੁਣ ਕੇ ਲਾਗੇ ਚਾਗੇ ਦੇ ਪਿੰਡਾਂ ਦੇ ਸਿੱਖ ਆਉਣ ਲੱਗ ਪਏ ਹਨ। ਤਲਾਵਤ ਪਹੁੰਚੰਤ ਪਿਖਿਓ ਦਰਸ਼ਨ ਅਬਿਰਾਮੋ। ਔਰ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਹਨ। ਹਰ ਪਹਿ ਅਨਕ ਅਕੋਰ ਕੋ ਗਨ ਬੰਧਨ ਠਾਨੈ। ਆ ਕੇ ਗੁਰੂ ਜੀ ਨੂੰ ਪ੍ਰੇਮ ਭੇਟਾਵਾਂ ਅਰਪਣ ਕਰਦੇ ਹਨ ਤੇ ਦਰਸ਼ਨ ਕਰਦੇ ਹਨ। ਗਨ ਕਾਮਨਾ ਸੁਖ ਹੋਏ ਮਹਾਨੈ। ਔਰ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਆਪਣੀਆਂ ਮਨੋਕਾਮਨਾ ਪੂਰਨ ਕਰਦੇ ਹਨ। ਸਾਰਿਆਂ ਨੂੰ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਸਭ ਦੀਆਂ ਮਨੋਕਾਮਨਾ ਗੁਰੂ ਸਾਹਿਬ ਪੂਰੀਆਂ ਕਰਦੇ ਹਨ। ਕਿਰਪਾ ਦ੍ਰਿਸ਼ਟ ਸਭ ਪਰ ਕਰ ਹੈ ਹੋਏ ਧਨੀ ਕੇ ਰੰਗਾ। ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਮਹਾਰਾਜ ਸਾਰਿਆਂ ਤੇ ਹੀ ਮਿਹਰ ਦ੍ਰਿਸ਼ਟੀ ਕਰਦੇ ਹਨ। ਮਨਹੁ ਚਕੋਰਨ ਅਨੰਦ ਦੇ ਰਿਤ ਸਰਤ ਮਯੰਕਾ। ਜਿਵੇਂ ਸ਼ਰਦ ਰੁੱਤ ਦਾ ਚੰਦਰਮਾ ਚਕੋਰਾਂ ਨੂੰ ਖੁਸ਼ੀਆਂ ਦਿੰਦਾ ਹੈ। ਹੈ ਲਿਆਵਨ ਕੀ ਵਾਰਤਾ ਪੁਰ ਜਨ ਸੁਨਾਈ। ਜਦੋਂ ਭਾਈ ਬਿਧੀ ਚੰਦ ਜੀ ਦੇ ਘੋੜੇ ਲਿਆਉਣ ਦੀ ਗੱਲ ਸੰਗਤਾਂ ਨੂੰ ਦੱਸੀ, ਸੰਗਤਾਂ ਨੂੰ ਪਤਾ ਲੱਗਾ ਵੀ ਬਾਦਸ਼ਾਹ ਦੇ ਤਬੇਲੇ ਚੋਂ ਖਾਸ ਘੋੜੇ ਦਿਲਬਾਗ ਤੇ ਗੁਲਬਾਗ ਬਾਬਾ ਬਿਧੀ ਚੰਦ ਜੀ ਲੈ ਆਏ ਹਨ। ਬਿਧੀ ਚੰਦ ਕੇ ਗੁਣ ਕਥੇ ਸੁਨ ਸਭ ਬਿਸਮਾਈ। ਸੁਣ ਸੁਣ ਕੇ ਸਾਰੇ ਹੈਰਾਨ ਹੁੰਦੇ, ਕਹਿੰਦੇ ਭਾਈ ਬਿਧੀ ਚੰਦ ਜੀ ਇਹੋ ਜਿਹੇ ਕਮਾਲ ਦੇ ਕੌਤਕ ਕਰਦੇ, ਬੜੀ ਅਚਰਜ ਵਾਰਤਾ, ਹੋ ਹੀ ਨਹੀਂ ਸਕਦਾ ਇਹ ਕੰਮ ਜਿਹੜਾ ਬਿਧੀ ਚੰਦ ਨੇ ਕਰ ਵਿਖਾਇਆ ਹੈ। ਬਹੁ ਨਰ ਪਿਖੈ ਤੁਰੰਗ ਕੋ ਗੁਣ ਗਨ ਜਿਸ ਭਾਖੇ। ਫਿਰ ਇਸ ਘੋੜੇ ਦੇ ਦਰਸ਼ਨ ਕਰਦੀਆਂ ਸੰਗਤਾਂ ਦਿਲਬਾਗ ਦੇ। ਗੁਲਬਾਗ ਤਾਂ ਜੰਗ 'ਚ ਸ਼ਹੀਦ ਹੋ ਗਿਆ ਸੀ ਨਾ, ਮਹਾਰਾਜ ਦੀ ਲੜਾਈ ਵਿੱਚ ਮਾਰਿਆ ਗਿਆ ਸੀ। ਦੂਸਰਾ ਘੋੜਾ ਜਿਹੜਾ ਦਿਲਬਾਗ, ਉਹ ਜਿਉਂਦਾ ਹੈ। ਉਹਦੇ ਗੁਣਾਂ ਨੂੰ, ਉਹਦੀ ਸੁੰਦਰਤਾ ਨੂੰ ਵੇਖ ਕੇ ਸਾਰੇ ਹੈਰਾਨ ਹੋਏ ਜਾਂਦੇ ਹਨ। ਉਚਿਤ ਹੁਤੋ ਸਤਿਗੁਰੂ ਕੇ ਆਇਓ ਅਬਿਲਾਖੇ। ਤੇ ਸਾਰੀ ਸੰਗਤ ਕਹਿੰਦੀ ਹੈ ਭਾਈ ਬਿਧੀ ਚੰਦ ਜੀ ਨੇ ਬਹੁਤ ਵਧੀਆ ਕੰਮ ਕੀਤਾ, ਬੜੀ ਬਹਾਦਰੀ ਵਾਲਾ ਕੀਤਾ।
ਜਿਹੜਾ ਘੋੜਾ ਗੁਰੂ ਸਾਹਿਬ ਦੇ ਯੋਗ ਸੀ ਗੁਰੂ ਸਾਹਿਬ ਕੋਲ ਪਹੁੰਚਾਇਆ ਹੈ। ਚਾਰੋਂ ਪੁੱਤਰ ਸਮੇਤ ਗੁਰ ਅਸ ਉਪਮਾ ਪਾਈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਤੇ ਬਾਬਾ ਤੇਗ ਬਹਾਦਰ ਜੀ, ਚਾਰੇ ਪੁੱਤਰਾਂ ਸਮੇਤ ਮਹਾਰਾਜ ਕਰਤਾਰਪੁਰ ਵਿੱਚ ਬਿਰਾਜਮਾਨ ਹਨ। ਮੂਰਤ ਜਨ ਬੇਦਨ ਤਰੀ ਬਿਦ ਨਿਕਟ ਸੁਹਾਈ। ਏਦਾਂ ਲੱਗਦਾ ਜਿਵੇਂ ਬ੍ਰਹਮਾ ਕੋਲ 4 ਵੇਦ ਬੈਠੇ ਹੋਣ। ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਾਰੇ ਪੁੱਤਰ ਇਉਂ ਸੋਭਾ ਪਾਉਂਦੇ ਹਨ। ਜਾਮ ਦਿਵਸ ਕੇ ਚੜੇ ਲਗ ਵਿੱਚ ਸਬਾਗਤ ਰੇ ਹੈ। ਸਾਧ ਸੰਗਤ ਜੀ, ਇੱਕ ਪੈਰ ਦਿਨ ਚੜੇ ਤੱਕ ਦੀਵਾਨ ਲੱਗਾ ਰਿਹਾ। ਮਹਾਰਾਜ ਦੀਵਾਨ ਵਿੱਚ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ। ਜਥਾ ਮਨੋਰਥ ਜਿਨ ਧਰੇ ਤਿਮ ਪੂਰਨ ਕੇਰੇ ਹੈ। ਜਿਸ ਤਰ੍ਹਾਂ ਦੇ ਮਨੋਰਥ ਸੰਗਤਾਂ ਕਰਦੀਆਂ ਨੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਮਹਾਰਾਜ ਉਹ ਮਨੋਰਥ ਸੰਗਤਾਂ ਦੇ ਪੂਰੇ ਕਰਦੇ ਰਹੇ। ਅਤਿ ਆਨੰਦ ਉਤਸਵ ਕਰਿਓ ਪੰਚਰਾਮਤ ਆਏ। ਬੜਾ ਉਤਸਵ ਹੋਇਆ, ਬੜਾ ਆਨੰਦ ਹੋਇਆ। ਕੜਾ ਪ੍ਰਸ਼ਾਦ ਦੀਆਂ ਦੇਗਾਂ ਸਜ ਕੇ ਹਾਜ਼ਰ ਹੋ ਗਈਆਂ। ਹੋਤ ਭਈ ਅਰਦਾਸ ਤਬ ਸਭ ਮਹਿ ਵਰਤਾਏ। ਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਦਾ ਅਰਦਾਸਾ ਹੋਇਆ। ਸਾਰਿਆਂ ਵਿੱਚ ਗੁਰੂ ਕੀ ਦੇਗ ਵਰਤਾਈ ਗਈ ਹੈ। ਹੋਰ ਉਠੇ ਅੰਤਰ ਗਏ ਸਭ ਪੁੱਤਰ ਸਮੇਤਾ। ਫਿਰ ਸਾਧ ਸੰਗਤ ਜੀ ਉੱਠ ਕੇ ਸਾਰੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦੀਵਾਨ ਚੋਂ ਮਹਾਰਾਜ ਉੱਠ ਕੇ ਬਾਹਰ ਗਏ ਪੁੱਤਰਾਂ ਸਮੇਤ। ਬੈਠੇ ਬੜੇ ਪ੍ਰਿਯੰਕ ਪਰ ਜੋ ਰਚਰ ਨਕੇਤਾ। ਆਪਣੇ ਮਹਿਲਾਂ ਵਿੱਚ ਜਾ ਕੇ ਵੱਡੇ ਪਲੰਗ ਤੇ ਸਤਿਗੁਰੂ ਜੀ ਬੈਠ ਗਏ। 6ਵੇਂ ਪਾਤਸ਼ਾਹ ਜੀ ਆਏ ਮਰਵਾਹੀ ਨਾਨਕੀ ਸੇਵਾ ਮਹਿ ਲਾਗੀ। ਮਾਤਾ ਨਾਨਕੀ ਜੀ ਤੇ ਮਾਤਾ ਮਾਂ ਦੇਵੀ ਜੀ ਆ ਕੇ ਸੇਵਾ ਕਰਨ ਲੱਗੀਆਂ। ਦਾਸੀ ਦਈ ਹਟਾਏ ਸਭ ਅਤਿਸ਼ ਅਨਰਾਗੀ। ਮਾਤਾ ਨਾਨਕੀ ਜੀ ਆਪਣੇ ਹੱਥੀਂ ਪ੍ਰਸ਼ਾਦਾ ਛਕਾਉਂਦੇ। ਮਾਤਾ ਮਾਂ ਦੇਵੀ ਜੀ ਨਾਲ ਸੇਵਾ ਕਰਦੇ ਪ੍ਰੇਮ ਨਾਲ ਸਤਿਗੁਰੂ ਜੀ ਦੀ। ਥਾਲ ਪਰੋਸਿਓ ਆਪ ਹੀ ਬਿਦ ਬਿਦ ਅਬ ਆਹਾਰਾ। ਬਹੁਤ ਵਧੀਆ ਵਧੀਆ ਸੁੰਦਰ ਭੋਜਨ ਮਾਤਾ ਨਾਨਕੀ ਜੀ ਤੇ ਮਾਤਾ ਮਾਂ ਦੇਵੀ ਜੀ ਨੇ ਆਪਣੇ ਹੱਥੀਂ ਤਿਆਰ ਕੀਤੇ ਹਨ। ਤੇ ਨਾਲ ਮਾਤਾ ਅਨੰਤੀ ਤੇ ਮਾਤਾ ਖੇਮ ਕੌਰ ਦੋਵਾਂ ਨੂੰਹਾਂ ਨੇ ਸੇਵਾ ਕੀਤੀ ਹੈ। ਗੁਰੂ ਸਾਹਿਬ ਦੇ ਅੱਗੇ ਥਾਲ ਪਰੋਸ ਕੇ ਰੱਖਿਆ ਹੈ। ਚੰਦਨ ਚੌਕੀ ਪਰ ਧਰਿਓ ਚਤਰਾਈ ਸੁਧਾਰਾ। ਬੜੀ ਮਰਿਆਦਾ ਦੇ ਨਾਲ ਚੰਦਨ ਦੀ ਚੌਕੀ ਤੇ ਸੁਧਾਰ ਕੇ ਥਾਲ ਰੱਖਿਆ। ਗੁਰੂ ਸਾਹਿਬ ਦੇ ਹੱਥ ਧੁਆਏ ਹਨ। ਮਰਿਆਦਾ ਨਾਲ ਮਹਾਰਾਜ ਨੂੰ ਲੰਗਰ ਛਕਾਉਣ ਲੱਗੇ। ਚਾਮੀ ਕਰਕੇ ਪਾਤਰ ਸਭ ਸ਼ੋਭਤ ਧਰ ਆਗੇ। ਸਾਧ ਸੰਗਤ ਜੀ, ਸੋਨੇ ਦੀ ਥਾਲੀ ਹੈ, ਸੋਨੇ ਦੀਆਂ ਕੌਲੀਆਂ ਹਨ। ਗੁਰੂ ਸਾਹਿਬ ਦੇ ਅੱਗੇ ਸੋਨੇ ਦੀ ਥਾਲੀ ਵਿੱਚ ਪ੍ਰਸ਼ਾਦਾ ਰੱਖਿਆ ਹੈ। ਖਸ਼ਟ ਰਸਨ ਕੇ ਅਸਨ ਸ਼ੁਭ ਗੁਰ ਅਚਵਨ ਲਾਗੇ। 6 ਰਸਾਂ ਦਾ ਭੋਜਨ, ਖੱਟਾ ਮਿੱਠਾ ਤੁਰਸ ਤਿਕਤ ਕੌੜਾ ਤੇ ਸੈਲਾ ਆਦਿਕ ਮਹਾਰਾਜ ਜੀ ਛਕਣ ਲੱਗੇ ਹਨ। ਤ੍ਰਿਪਤ ਭਏ ਜਲ ਪਾਨ ਕਰ ਪੁਨ ਪਾਨ ਪਖਾਰੇ। ਫਿਰ ਮਹਾਰਾਜ ਪ੍ਰਸ਼ਾਦਾ ਛਕ ਕੇ ਜਲ ਛਕਿਆ, ਹੱਥ ਧੋਏ ਹਨ। ਤਿਮਹੀ ਚਾਰੋਂ ਪੁੱਤਰ ਤਹ ਅਚਲੀਨ ਆਹਾਰੇ। ਇਸੇ ਤਰ੍ਹਾਂ ਚਾਰਾਂ ਪੁੱਤਰਾਂ ਨੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਤੇ ਬਾਬਾ ਤੇਗ ਬਹਾਦਰ ਜੀ ਨੇ ਵੀ ਪ੍ਰਸ਼ਾਦਾ ਛਕਿਆ ਹੈ। ਮਰਵਾਹੀ ਅਰ ਨਾਨਕੀ ਲੈ ਕੰਚਨ ਥਾਰਾ। ਮਾਤਾ ਮਹਾਦੇਵੀ ਜੀ ਤੇ ਮਾਤਾ ਨਾਨਕੀ ਜੀ ਇਹ ਦੋਵੇਂ ਸੋਨੇ ਦਾ ਥਾਲ ਜੋ ਮਹਾਰਾਜ ਦੇ ਅੱਗੇ ਪਿਆ ਸੀ ਚੁੱਕ ਕੇ ਲੈ ਗਈਆਂ ਹਨ। ਅਚਕਰ ਸੀਤ ਪ੍ਰਸਾਦ ਕੋ ਔਰ ਆਨੰਦ ਧਾਰਾ। ਦੋਵਾਂ ਮਾਤਾਵਾਂ ਨੇ ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ ਛਕਿਆ। ਪਹਿਲੇ ਮਰਿਆਦਾ ਹੁੰਦੀ ਸੀ ਪਤੀ ਨੂੰ ਪ੍ਰਸ਼ਾਦਾ ਛਕਾ ਕੇ ਉਹਦੀ ਥਾਲੀ 'ਚ ਬਚਿਆ ਹੋਇਆ ਪ੍ਰਸ਼ਾਦਾ ਪਤਨੀ ਛਕਦੀ ਸੀ। ਇਹ ਪ੍ਰੇਮ ਦੀ ਭਾਵਨਾ, ਸ਼ਰਧਾ ਦੀ ਭਾਵਨਾ ਹੁੰਦੀ ਸੀ। ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ ਜਾਣ ਕੇ ਮਾਤਾ ਮਾਂ ਦੇਵੀ ਜੀ ਤੇ ਮਾਤਾ ਨਾਨਕੀ ਜੀ ਨੇ ਛਕਿਆ ਹੈ। ਉਨ ਸ੍ਰੀ ਹਰਗੋਬਿੰਦ ਗੁਰ ਥਿਰ ਹੋਏ ਪ੍ਰਿਯੰਕਾ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਲੰਗ ਦੇ ਉੱਤੇ ਬਿਰਾਜਮਾਨ ਹੋ ਗਏ। ਉੱਠ ਗਏ ਬਿਸਰਾਮ ਹਿਤ ਜਿਨ ਜਸ ਅਕਲੰਕਾ। ਦੁਪਹਿਰ ਕੁਝ ਸਮਾਂ ਆਰਾਮ ਕਰਨ ਲਈ ਸਤਿਗੁਰੂ ਜੀ ਪਲੰਗ ਤੇ ਲੇਟ ਗਏ ਹਨ। ਭਈ ਸਪਤਮੀ ਰਾਸ ਅਬ ਪੂਰਨ ਸਥਾਨਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਹੁਣ 7ਵੀਂ ਰਾਸ ਇਸ ਗ੍ਰੰਥ ਦੀ ਪੂਰਨ ਹੋਈ ਹੈ।
ਅੱਗੇ 8ਵੀਂ ਰਾਸ ਆਰੰਭ ਹੋ ਰਹੀ ਹੈ। ਕਵਿ ਸੰਤੋਖ ਸਿੰਘ ਬੰਦਨਾ ਧਰ ਕਰ ਔਰ ਧਿਆਨਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਮਹਾਰਾਜ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕ ਕੇ ਧਿਆਨ ਧਰ ਕੇ ਕਥਾ ਲਿਖਦਾ ਹਾਂ। ਦੋਹਰਾ ਤੀਰ ਵਿਪਾਸਾ ਕੇ ਨਿਕਟ ਸ਼੍ਰੀ ਭਰਪੁਰ ਕਰਤਾਰ। ਬਿਆਸਾ ਦੇ ਨੇੜੇ ਜਲੰਧਰ ਦੇ ਨੇੜੇ ਜਲੰਧਰ ਸ਼ਹਿਰ ਦੇ ਬਿਲਕੁਲ ਨੇੜੇ ਕਰਤਾਰਪੁਰ ਗੁਰੂ ਕੀ ਨਗਰੀ ਹੈ। ਤਹਾਂ ਬਿਰਾਜੈ ਸਤਿਗੁਰੂ ਸੋਢ ਬੰਸ ਅਵਤਾਰ। ਉਥੇ ਸੋਢੀ ਕੁਲ ਦੇ ਮਹਾਰਾਜ 6ਵੇਂ ਪਾਤਸ਼ਾਹ ਸੋਢ ਬੰਸ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜ ਰਹੇ ਹਨ। ਜਾਮ ਰਹੀ ਜਬ ਜਾਮਨੀ ਕੀਨਸ ਸੋਚ ਇਸ਼ਨਾਨ। ਅਗਲੇ ਦਿਨ ਜਦੋਂ ਸ਼ਾਮ ਅੰਮ੍ਰਿਤ ਵੇਲਾ ਹੁੰਦਾ ਹੈ ਮਹਾਰਾਜ ਸਵਾ ਪਹਿਰ ਰਾਤ ਰਹਿੰਦੀ ਉੱਠਦੇ ਹਨ। ਨਿਜਾਨੰਦ ਸ੍ਰੀ ਸਤਿਗੁਰੂ ਹੋਇਆ ਹੈ ਅੰਤਰ ਧਿਆਨ। ਰੋਜ਼ ਅੰਮ੍ਰਿਤ ਵੇਲੇ ਆਪਣੇ ਆਤਮ ਆਨੰਦ ਵਿੱਚ ਨਿਜਾਨੰਦ ਵਿੱਚ ਧਿਆਨ ਲਾ ਕੇ ਆਤਮ ਵਿੱਚ ਟਿਕ ਜਾਂਦੇ ਹੈ। ਸਮਾਧੀ ਲਾ ਕੇ ਬੈਠ ਸਿਮਰਨ ਕਰਦੇ ਪਰਮੇਸ਼ਰ ਦਾ। ਚੌਪਈ ਜੋ ਇਹ ਕਥਾ ਸੁਨੇ ਤਰ ਧਿਆਨ। ਭਾਈ ਇਹ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਦੀ ਕਥਾ ਐਸੀ ਆਨੰਦਦਾਇਕ ਹੈ ਜਿਹੜਾ ਗੁਰੂ ਕਾ ਪਿਆਰਾ ਪ੍ਰੇਮ ਨਾਲ ਸੁਣੇਗਾ ਧਿਆਨ ਲਾ ਕੇ ਸੁਣੇਗਾ ਗੁਰ ਸਿੱਖੀ ਪ੍ਰਾਪਤ ਹੋਇ ਨਾਮ। ਉਹਨੂੰ ਗੁਰੂ ਕੀ ਸਿੱਖੀ ਨਾਮ ਦੀ ਦਾਤ ਪ੍ਰਾਪਤ ਹੋਵੇਗੀ। ਨਾਮ ਦਾ ਰਸ ਉਸ ਨੂੰ ਆਵੇਗਾ। ਹਾਂਜੀ ਬਾਣੀ ਪੜੈ ਪ੍ਰੀਤ ਮਨ ਲਾਏ। ਜਿਹੜਾ ਪ੍ਰੇਮ ਨਾਲ ਪ੍ਰੇਮ ਸ਼ਰਧਾ ਨਾਲ ਬਾਣੀ ਪੜ੍ਹੇਗਾ ਵਾਹਿਗੁਰੂ ਵਾਹਿਗੁਰੂ ਜਪੇਗਾ ਸ਼੍ਰੀ ਨਾਨਕ ਜੀ ਸਦਾ ਸਹਾਏ। ਗੁਰੂ ਨਾਨਕ ਦੇਵ ਜੀ ਉਹਦੀ ਸਦਾ ਸਹਾਇਤਾ ਕਰਨਗੇ। ਗੁਰੂ ਕੀ ਬਾਣੀ ਪ੍ਰੇਮ ਨਾਲ ਪੜ੍ਹੇ ਗੁਰੂ ਦੀ ਬਾਣੀ ਦਾ ਕੀਰਤਨ ਕਰੇ ਜਾਂ ਕੀਰਤਨ ਸੁਣੇ ਜਾਂ ਗੁਰੂ ਕਾ ਸਿੱਖ ਮਹਾਰਾਜ ਦੀ ਬਾਣੀ ਦਾ ਵਿਚਾਰ ਕਥਾ ਸੁਣੇ ਜਾਂ ਗੁਰੂ ਦੀ ਬਾਣੀ ਦਾ ਪਾਠ ਕਰੇ ਜਾਂ ਗੁਰੂ ਕਾ ਇਤਿਹਾਸ ਸੁਣੇ ਗੁਰੂ ਨਾਨਕ ਦੇਵ ਜੀ ਉਹਦੇ ਸਦਾ ਹੀ ਅੰਗ ਸੰਗ ਰਹਿੰਦੇ। ਸਾਧ ਸੰਗਤ ਜੀ ਗੁਰੂ ਘਰ ਦੀਆਂ ਬਹੁਤ ਸਾਰੀਆਂ ਮਰਜ਼ਾਦਾ ਹਨ। ਵੱਖਰੀਆਂ ਵੱਖਰੀਆਂ ਰੀਤੀ ਰਿਵਾਜ ਗੁਰੂ ਘਰ ਦੇ ਹਨ। ਸਾਰੇ ਹੀ ਮਹਾਨ ਹਨ ਪਰ ਗੁਰੂ ਘਰ ਵਿੱਚ ਸਭ ਤੋਂ ਸ਼੍ਰੋਮਣੀ ਕੀ ਹੈ? ਸਭ ਤੋਂ ਸ਼੍ਰੋਮਣੀ ਹੈ ਕਥਾ ਤੇ ਕੀਰਤਨ। ਇਹ ਸਭ ਤੋਂ ਜ਼ਰੂਰੀ ਹਨ। ਜੇ ਗੁਰੂ ਘਰ 'ਚ ਕੀਰਤਨ ਨਹੀਂ ਹੁੰਦਾ ਕਥਾ ਨਹੀਂ ਹੁੰਦੀ ਤੇ ਫਿਰ ਸਮਝੋ ਸਿੱਖੀ ਦਾ ਪ੍ਰਚਾਰ ਬੰਦ। ਫਿਰ ਗੁਰਦੁਆਰੇ ਬਣਾਉਣ ਦਾ ਕੋਈ ਲਾਭ ਨਹੀਂ। ਗੁਰਦੁਆਰੇ ਵਿੱਚ ਕਥਾ ਕੀਰਤਨ ਜ਼ਰੂਰੀ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜਿੱਥੇ ਵੀ ਜਾਂਦੇ ਉੱਥੇ ਕਥਾ ਤੇ ਕੀਰਤਨ ਦਾ ਪ੍ਰਵਾਹ ਚਲਾ ਦਿੰਦੇ। ਇਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਮਰਿਆਦਾ ਚੱਲੀ। ਜਿੱਥੇ ਵੀ ਬਾਬਾ ਨਾਨਕ ਜਾਂਦੇ ਸੀ ਉੱਥੇ ਹੀ ਸਤਿਗੁਰੂ ਕਹਿੰਦੇ ਭਾਈ ਇੱਕ ਧਰਮਸ਼ਾਲਾ ਬਣਾਓ ਪਿੰਡ ਵਿੱਚ ਗੁਰਦੁਆਰਾ ਬਣਾਓ। ਪਿੰਡ ਵਾਲੇ ਇਕੱਠੇ ਹੋ ਕੇ ਗੁਰੂ ਘਰ ਬਣਾਉਂਦੇ ਸਨ। ਗੁਰੂ ਘਰ ਦੇ ਵਿੱਚ ਸਵੇਰੇ ਸ਼ਾਮ ਇਕੱਠੇ ਹੋ ਕੇ ਕੀਰਤਨ ਕਰਦੇ ਸਨ ਕਥਾ ਕਰਦੇ ਸਨ ਬਾਣੀ ਦੀ ਵਿਚਾਰ ਕਰਦੇ ਸਨ ਨਾਮ ਜਪਦੇ ਸਨ। ਇਹ ਜਿਹੜੇ ਗੁਰਦੁਆਰੇ ਹਨ ਸਾਧ ਸੰਗਤ ਜੀ ਇਹ ਸਿਆਸਤ ਕਰਨ ਵਾਸਤੇ ਨਹੀਂ ਹਨ। ਗੁਰਦੁਆਰੇ ਲੜਨ ਵਾਸਤੇ ਵੀ ਨਹੀਂ ਹਨ। ਗੁਰਦੁਆਰੇ ਤਾਂ ਪ੍ਰਮਾਤਮਾ ਦੀ ਭਗਤੀ ਬੰਦਗੀ ਕਰਨ ਵਾਸਤੇ ਬਣੇ ਹਨ। ਜੇ ਇੱਥੇ ਆ ਕੇ ਆਪਾਂ ਭਗਤੀ ਬੰਦਗੀ ਕਰਨੀ ਨਹੀਂ ਤੇ ਆਪਣੀਆਂ ਸਿਆਸਤਾਂ ਹੀ ਕਰਨੀਆਂ ਨੇ ਫਿਰ ਗੁਰਦੁਆਰੇ ਜਿਹੇ ਆਏ ਜਿਹੇ ਨਾ ਆਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰਦੁਆਰੇ 'ਚ ਆ ਕੇ ਤਾਂ ਪਰਮੇਸ਼ਰ ਦਾ ਨਾਮ ਜਪਣਾ ਵਾਹਿਗੁਰੂ ਦੀ ਸਿਫਤ ਸਲਾਘਾ ਕਰਨੀ ਹੈ ਕੀਰਤਨ ਸੁਣਨਾ ਹੈ ਕਥਾ ਸੁਣਨੀ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ ਵੀ ਜਿਹੜਾ ਸਿੱਖ ਬਾਣੀ ਪੜ੍ਹੈ ਪ੍ਰੀਤ ਮਨ ਲਾਏ ਸ੍ਰੀ ਨਾਨਕ ਜੀ ਸਦਾ ਸਹਾਏ। ਜਿਹੜਾ ਗੁਰੂ ਕੀ ਬਾਣੀ ਪੜ੍ਹੇਗਾ ਕਥਾ ਸੁਣੇਗਾ ਜੋ ਇਹ ਕਥਾ ਸੁਨੇ ਤਰ ਧਿਆਨ ਗੁਰ ਸਿੱਖੀ ਪ੍ਰਾਪਤ ਹੋਇ ਨਾਮ। ਉਹਨੂੰ ਗੁਰਸਿੱਖੀ ਦੀ ਪ੍ਰਾਪਤੀ ਹੁੰਦੀ ਹੈ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪੂਰਨ ਹੋਇਓ ਕਥਾ ਪ੍ਰਸੰਗ। 7ਵੀਂ ਰਾਸ ਸ੍ਰੀ ਗੁਰ ਪ੍ਰਤਾਪ ਸੂਰਜ ਦੀ ਪੂਰੀ ਹੋਈ। ਸਾਧ ਸੰਗਤ ਜੀ ਇਹ ਜੋ ਗ੍ਰੰਥ ਹੈ ਭਾਈ ਸਾਹਿਬ ਗੁਰ ਸੰਤੋਖ ਸਿੰਘ ਸਾਹਿਬ ਜੀ ਨੇ ਜੋ ਰੂਪਕ ਅਲੰਕਾਰ ਦੇ ਮੁਤਾਬਕ ਲਿਖਿਆ ਹੈ ਇਹਦੇ ਵਿੱਚ 12 ਰਾਸਾਂ 6 ਰੁੱਤਾਂ 2 ਐਨ ਹਨ। 12 ਰਾਸਾਂ ਕਿਉਂਕਿ ਸਾਲ ਵਿੱਚ 12 ਮਹੀਨੇ ਹੁੰਦੇ ਨੇ। ਇੱਕ ਰਾਸ ਵਿੱਚ ਸੂਰਜ ਰਹਿੰਦਾ ਫਿਰ ਦੂਜੀ 'ਚ ਪ੍ਰਵੇਸ਼ ਕਰਦਾ ਫਿਰ ਤੀਜੀ 'ਚ 12 ਰਾਸਾਂ ਵਿੱਚੋਂ ਨਿਕਲਦਾ। 12 ਮਹੀਨਿਆਂ ਦੀਆਂ 12 ਰਾਸਾਂ ਹਨ।
2 ਮਹੀਨੇ ਦੀ ਇੱਕ ਰੁੱਤ ਹੁੰਦੀ ਹੈ, ਸਾਲ 'ਚ 6 ਰੁੱਤਾਂ ਹੁੰਦੀਆਂ। ਗ੍ਰੰਥ ਦੀਆਂ 6 ਰੁੱਤਾਂ ਹਨ। ਉਤਰਾਇਣ ਤੇ ਦਖਨਾਇਣ 2 ਪੱਖ ਹੁੰਦੇ ਹਨ। ਇਸ ਗ੍ਰੰਥ ਦੇ ਵੀ 2 ਪੱਖ, ਉਤਰਾਰਧ ਤੇ ਪੂਰਵਾਰਧ ਤੇ ਉਤਰਾਰਧ, 2 ਐਨਾਂ ਅਖੀਰ ਵਿੱਚ ਲਿਖੀਆਂ ਹਨ। ਇਸ ਪ੍ਰਕਾਰ ਨਾਲ ਇਹ ਗ੍ਰੰਥ ਭਾਈ ਸਾਹਿਬ ਜੀ ਨੇ ਪੂਰਨ ਕੀਤਾ ਹੈ। ਸਤਿਗੁਰ ਕਾ ਜਸ ਬੜਿਓ ਉਤੰਗ। ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਦੀ ਉਪਮਾ, ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ ਇਹਦੇ 'ਚ ਲਿਖੀ ਹੈ। 10 ਪਾਤਸ਼ਾਹੀਆਂ ਦਾ ਇਤਿਹਾਸ ਬਹੁਤ ਮਹਾਨ ਹੈ। ਜੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸਿੱਖ ਪੰਥ ਵਿੱਚ ਪੈਦਾ ਨਾ ਹੁੰਦੇ ਤੇ ਆਹ ਐਡਾ ਵੱਡਾ ਇਤਿਹਾਸ ਨਾ ਲਿਖਦੇ ਖਾਲਸਾ ਜੀ, ਅੱਜ ਸਾਡੇ ਕੋਲ ਗੁਰੂ ਦੇ ਇਤਿਹਾਸ ਦਾ ਹੋਰ ਕੋਈ ਸੋਰਸ ਨਹੀਂ ਸੀ। ਜਿਹੜੇ ਲੋਕ ਗਿਣਤੂ ਪ੍ਰੰਤੂ ਕਰਦੇ ਆ ਤੇ ਸੁਣ ਕੇ ਮੰਨ ਲੈਂਦੇ ਆ, ਉਹਨਾਂ ਨੂੰ ਪੁੱਛੀਏ ਭਾਈ ਤੁਸੀਂ ਦੱਸ ਦਿਓ ਵੀ ਸੂਰਜ ਪ੍ਰਕਾਸ਼ ਬੰਦ ਕਰ ਦਿੰਦੇ ਆ, ਕੋਈ ਹੋਰ ਸਾਧਨ ਹੈ ਤੁਹਾਡੇ ਕੋਲ ਕਥਾ ਕਰਨ ਦਾ, ਇਤਿਹਾਸ ਦੱਸਣ ਦਾ? ਕੋਈ ਹੈ ਹੀ ਨਹੀਂ। ਫਿਰ ਇਹਦਾ ਮਤਲਬ ਹੈ ਵੀ ਇਤਿਹਾਸ ਨੂੰ ਖਤਮ ਕਰਨਾ ਚਾਹੁੰਦੇ ਆ। ਇਤਿਹਾਸ ਖਤਮ ਹੋ ਗਿਆ ਤੇ ਕੌਮ ਖਤਮ ਹੋ ਗਈ। ਪੰਥ ਖਾਲਸਾ ਗੁਰੂਆਂ ਦੇ ਇਤਿਹਾਸ ਕਰਕੇ ਜਿੰਦਾ ਹੈ। ਜੇ ਸਾਨੂੰ ਕੋਈ ਪੁੱਛੇ ਵੀ ਭਾਈ ਤੁਸੀਂ ਕੌਣ ਹੋ, ਅਸੀਂ ਜੀ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਹਾਂ। ਜੇ ਕੋਈ ਪੁੱਛੇ ਵੀ ਉਹਨਾਂ ਦਾ ਇਤਿਹਾਸ ਕਿੱਥੇ ਹੈ, ਤੇ ਆਪਾਂ ਇਹੀ ਕਹਾਂਗੇ ਵੀ ਸੂਰਜ ਪ੍ਰਕਾਸ਼ ਵਿੱਚ ਹੈ। ਤੇ ਜੇ ਹੋਰ ਕੋਈ ਸੋਰਸ ਹੁੰਦਾ ਤੇ ਆਪਾਂ ਉਹਦਾ ਵੀ ਨਾਂ ਲੈ ਦਿੰਦੇ। ਇਹ ਸਭ ਤੋਂ ਵੱਡਾ ਸਾਡਾ ਖਜ਼ਾਨਾ ਗੁਰੂ ਸਾਹਿਬ ਦੇ ਇਤਿਹਾਸ ਦਾ ਹੈ। ਪਰ ਅੱਜ ਅਸੀਂ ਨਾ ਪੜ੍ਹਦੇ ਹਾਂ ਤੇ ਨਾ ਸੁਣਦੇ ਹਾਂ। ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਸ਼ੰਕਾ ਕਰਨ ਲੱਗ ਜਾਂਦੇ। ਸੋ ਕਵੀ ਜੀ ਕਹਿੰਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਇਹ ਕਥਾ ਲਿਖੀ ਹੈ। ਕਵਿ ਸੰਤੋਖ ਸਿੰਘ ਕੀਨ ਉਚਾਰ। ਕਵੀ ਸੰਤੋਖ ਸਿੰਘ ਜੀ ਉਚਾਰਨ ਕਰਦੇ ਸਤਿਗੁਰਾਂ ਦੀ ਇਹ ਕਥਾ। ਬਾਰ ਬਾਰ ਜਾਵੇ ਬਲਿਹਾਰ। ਕਵੀ ਜੀ ਕਹਿੰਦੇ ਮੈਂ ਬਲਿਹਾਰ ਬਲਿਹਾਰ ਕੁਰਬਾਨ ਕੁਰਬਾਨ ਜਾਂਦਾ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ। ਦੋਹਰਾ ਜਿਸ ਬਿਨ ਜਾਣੇ ਬਿੰਦ ਦੁਖ ਜਾਣੇ ਅਨੰਦ ਬਿਲੰਦ। ਹੁਣ 8ਵੀਂ ਰਾਸ ਆਰੰਭ ਹੁੰਦੀ ਹੈ। ਕਵੀ ਜੀ ਲਿਖਦੇ ਆ ਜਿਸ ਨੂੰ ਜਾਣੇ ਤੋਂ ਬਿਨਾਂ ਬੜੇ ਦੁੱਖ ਲੱਗਦੇ ਨੇ, ਔਰ ਜਿਸ ਪਰਮਾਤਮਾ ਨੂੰ ਆਤਮ ਰੂਪ ਨੂੰ ਆਪਣੇ ਸਰੂਪ ਨੂੰ ਜਾਣ ਕੇ ਆਨੰਦ ਹੀ ਆਨੰਦ ਬਣ ਜਾਂਦਾ ਹੈ। ਪਾਰ ਬ੍ਰਹਮ ਪਰਮਾਤਮਾ ਬਦੋਂ ਜੁਗ ਕਰ ਬੰਧ। ਉਹ ਪਾਰ ਬ੍ਰਹਮ ਪਰਮਾਤਮਾ ਨੂੰ ਮੈਂ ਦੋਵੇਂ ਹੱਥ ਜੋੜ ਕੇ ਬੰਦਨਾ ਕਰਦਾ ਹਾਂ, ਮੱਥਾ ਟੇਕਦਾ ਹਾਂ। ਕਬਿਤ ਚੰਦਰਮਾ ਬਦਨ ਵਾਰੀ ਉਜਲ ਰਦਨ ਵਾਰੀ। ਉਸ ਅਕਾਲ ਪੁਰਖ ਦੀ ਜੋ ਬਾਣੀ ਹੈ ਉਹ ਚੰਦਰਮਾ ਦੇ ਮੁਖ ਵਰਖ ਵਰਗੀ ਸੁੰਦਰ ਹੈ, ਔਰ ਉਜਲ ਰਦਨ ਵਾਰੀ, ਜਿਹਦੇ ਦੰਦ ਮੋਤੀਆਂ ਵਰਗੇ ਚਿੱਟੇ ਹਨ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਹਾਂਜੀ, ਬਿਗਨ ਕਦਨ ਵਾਰੀ ਦਾਤਾ ਹੀ ਸ਼ਰਨ ਕੀ। ਔਰ ਬਿਗਨਾਂ ਨੂੰ ਕੱਟਣ ਵਾਲੀ ਹੈ ਤੇ ਸ਼ਰਨ ਵਿੱਚ ਆਇਆਂ ਨੂੰ ਉਹਦੀ ਬਾਣੀ ਸੁਖ ਦਿੰਦੀ ਹੈ। ਚੰਪਕ ਬਰਨ ਵਾਰੀ ਕਵਿਤਾ ਬਰਨ ਵਾਰੀ। ਉਹਦਾ ਰੰਗ ਚੰਪਕ ਵਰਗਾ ਚਮੇਲੀ ਵਰਗਾ ਸੁੰਦਰ ਹੈ ਤੇ ਕਵਿਤਾ ਦਾ ਉਹਦਾ ਰੰਗ, ਕਵਿਤਾ ਦਾ ਢੰਗ ਬਣਾਉਣ ਵਾਲੀ ਸੁੰਦਰ ਸਰੂਪ ਹੈ। ਸੁਸ਼ਟ ਬਰਨ ਵਾਰੀ ਉਰਮੇ ਧਰਨ ਕੀ। ਔਰ ਸੋਹਣੇ ਰੰਗ ਵਾਲੀ ਹੈ ਤੇ ਜਿਨ੍ਹਾਂ ਨੇ ਮਨ ਵਿੱਚ ਧਾਰਨ ਕੀਤੀ ਹੈ ਉਹਨਾਂ ਕਵੀਆਂ ਨੂੰ ਵੀ ਉਹ ਬਾਣੀ ਉਜਲ ਬਾਣੀ ਬਖਸ਼ਦੀ ਹੈ, ਉਜਲ ਗਿਆਨ ਬਖਸ਼ਦੀ ਹੈ। ਕੁੰਬਲ ਕਰਨ ਵਾਰੀ ਸੁਮਤ ਕਰਨ ਵਾਰੀ। ਜਿਹਦੇ ਕੰਨਾਂ 'ਚ ਸੋਹਣੇ ਕੁੰਡਲ ਹਨ ਤੇ ਸੁਮਤ ਦੇਣ ਵਾਲੀ ਹੈ। ਕਮਲ ਕਰਨ ਵਾਰੀ ਗਤੀ ਹੈ ਕਰਨ ਕੀ। ਔਰ ਜਿਹਦੇ ਹੱਥ ਵਿੱਚ ਕਮਲ ਦਾ ਫੁੱਲ ਹੈ ਤੇ ਮੁਕਤੀ ਕਰਨ ਵਾਲੀ ਹੈ। ਲੋਚਨ ਹਰਨ ਵਾਰੀ ਦਰਨ ਅਰਨ ਵਾਰੀ। ਜਿਹਦੀਆਂ ਅੱਖਾਂ ਬੜੀਆਂ ਸੋਹਣੀਆਂ ਹਨ ਤੇ ਵੈਰੀਆਂ ਦਾ ਨਾਸ ਕਰਨ ਵਾਲੀ ਹੈ। ਦੋਸ਼ਨ ਹਰਨ ਵਾਰੀ ਮਹਿਮਾ ਚਰਨ ਕੀ। ਉਹਦੇ ਚਰਨਾਂ ਦੀ ਮਹਿਮਾ ਬੜੀ ਅਪਾਰ ਹੈ। ਉਸ ਗੁਰੂ ਦੀ ਬਾਣੀ, ਪਰਮੇਸ਼ਰ ਦੀ ਬਾਣੀ, ਨਮੋ ਬਾਕ ਬਾਣੀ, ਜੋ ਸਾਰਿਆਂ ਦੇ ਅੰਦਰ ਬੋਲਦੀ, ਗੁਰੂ ਦੇ ਰਸਨਾ ਤੋਂ ਬੋਲ ਕੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਜਿਸ ਨੇ ਕੀਤੀ ਹੈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਇਹ ਅਕਾਲ ਪੁਰਖ ਦੀ ਸ਼ਕਤੀ ਹੈ। ਕੋਈ ਇਸ ਨੂੰ ਸਰਸਤੀ ਕਹਿੰਦਾ ਹੈ, ਕੋਈ ਸ਼ਾਰਦਾ ਕਹਿੰਦਾ ਹੈ, ਕੋਈ ਇਹਨੂੰ ਸਾਧ ਸੰਗਤ ਦੀ ਬਾਣੀ ਕਹਿੰਦਾ ਹੈ। ਅਕਾਲ ਪੁਰਖ ਦੀ ਪਾਵਰ ਜਿਹੜੀ ਕਵੀਆਂ ਦੇ, ਮਹਾਂਪੁਰਸ਼ਾਂ ਦੇ, ਸੰਤਾਂ ਦੇ ਰਸਨਾ ਤੋਂ ਉਚਾਰਨ ਹੁੰਦੇ ਬੋਲ,
ਉਹ ਦੁਨੀਆ ਦਾ ਭਲਾ ਕਰ ਦਿੰਦੇ ਹਨ। ਸੋ ਗੁਰੂ ਕੀ ਬਾਣੀ ਦੇ ਰੂਪ ਵਿੱਚ ਉਹ ਸਾਡੇ ਲਈ ਕਲਿਆਣਕਾਰਕ ਹੈ। ਦੋਹਰਾ ਭਗਾ ਭੈਹਰਾ ਭਵ ਭਰੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਹੱਥ ਦੀ ਤਲਵਾਰ ਹੈ ਭਵਾ, ਉਹ ਸੰਸਾਰ ਦੇ ਵਿੱਚ ਦੁੱਖਾਂ ਨੂੰ ਭੈ ਨੂੰ ਦੂਰ ਕਰਨ ਵਾਲੀ ਹੈ ਤੇ ਭਵ ਜਨਮ ਮਰਨ ਨੂੰ ਕੱਟਣ ਵਾਲੀ ਹੈ। ਬਲੀ ਬਾਹੁ ਸਮਸ਼ੇਰ। ਜਿਹਦੀਆਂ ਬਾਹਾਂ ਵਿੱਚ ਬੜਾ ਬਲ ਹੈ, ਸ਼ੇਰ ਵਰਗਾ ਬਲ ਹੈ। ਹੱਥ ਜੋੜ ਮਮ ਬੰਦਨਾ। ਹੱਥ ਜੋੜ ਕੇ ਉਸ ਭਗਉਤੀ ਨੂੰ ਮੇਰੀ ਨਮਸਕਾਰ ਹੈ। ਵਰ ਕਰ ਹਾ ਸ਼ਮਸ਼ੇਰ। ਜਿਹੜੀ ਸੂਰਮਿਆਂ ਨੂੰ ਸ਼ਮਸ਼ੇਰ ਬੱਬਰ ਸ਼ੇਰ ਬਣਾ ਦਿੰਦੀ ਜਦੋਂ ਹੱਥ ਵਿੱਚ ਹੁੰਦੀ ਹੈ ਕਿਰਪਾਨ ਸਤਿਗੁਰਾਂ ਦੀ। ਸਰਬੋਤਮ ਜਨ ਸਰਬਦਾ। ਜਿਹੜੇ ਸਾਰਿਆਂ ਤੋਂ ਉੱਤਮ ਨੇ ਤੇ ਸਾਰਿਆਂ ਨੂੰ ਸੁਖ ਦੇਣ ਵਾਲੇ ਹਨ। ਸਰਬੋ ਪਰ ਜਸ ਚਾਰ। ਸਾਰਿਆਂ ਤੋਂ ਉੱਤੇ ਉਹਨਾਂ ਦਾ ਸੋਹਣਾ ਜਸ ਫੈਲਿਆ ਹੈ। ਜਗ ਗੁਰੂ ਸ਼੍ਰੀ ਨਾਨਕ ਨਮੋ। ਇਹੋ ਜਿਹੇ ਗੁਰੂ ਨਾਨਕ ਦੇਵ ਜੀ ਸਾਰੇ ਜਗਤ ਦੇ ਗੁਰੂ ਹਨ, ਉਹਨਾਂ ਨੂੰ ਮੇਰੀ ਨਮਸਕਾਰ ਹੈ। ਧਰਣੀ ਪਰ ਸਿਰ ਧਾਰ। ਮੈਂ ਧਰਤੀ ਤੇ ਸਿਰ ਧਰ ਕੇ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਦਾ ਹਾਂ। ਸ੍ਰੀ ਅੰਗਦ ਰਵ ਗਿਆਨ ਕੇ। ਸ੍ਰੀ ਗੁਰੂ ਅੰਗਦ ਦੇਵ ਜੀ ਗਿਆਨ ਦਾ ਸੂਰਜ ਹਨ। ਸਿਮਰ ਵਿਕਾਰ ਵਿਨਾਸ਼। ਉਹ ਵਿਕਾਰਾਂ ਦਾ ਹਨੇਰਾ ਦੂਰ ਕਰਨ ਵਾਲੇ ਹਨ। ਪਦਰ ਵਿੰਦਨ ਬਿੰਦਨਾ। ਉਹਨਾਂ ਦੇ ਚਰਨ ਕਮਲਾਂ ਤੇ ਮੈਂ ਮੱਥਾ ਟੇਕਦਾ ਹਾਂ। ਕੀਜਹ ਸਮਤ ਪ੍ਰਕਾਸ਼। ਮਹਾਰਾਜ ਗੁਰੂ ਅੰਗਦ ਦੇਵ ਜੀ ਮੇਰੀ ਬੁੱਧੀ ਦਾ ਪ੍ਰਕਾਸ਼ ਕਰੋ। ਸ੍ਰੀ ਸਤਿਗੁਰ ਪਰ ਅਮਰ ਜੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਤੇ ਨਿਆਸਰਿਆਂ ਦੇ ਆਸਰੇ ਹਨ। ਭਗਤ ਗਿਆਨ ਦੇ ਦਾਨ। ਆਪਣੇ ਸਿੱਖਾਂ ਨੂੰ ਭਗਤੀ ਤੇ ਬ੍ਰਹਮ ਗਿਆਨ ਦਾ ਦਾਨ ਦੇਣ ਵਾਲੇ ਹਨ। ਜ਼ਾਹਰ ਕਰੇ ਜਹਾਨ ਜਨ। ਉਹਨਾਂ ਨੇ ਆਪਣੇ ਨਿਮਾਣਿਆਂ ਸੇਵਕਾਂ ਨੂੰ ਜ਼ਾਹਰ ਕਰ ਦਿੱਤਾ ਸੰਸਾਰ ਦੇ ਵਿੱਚ। ਦੇਖੋ ਸਾਧ ਸੰਗਤ ਜੀ, ਇੱਕ ਪ੍ਰੇਮਾ ਕੋਹੜੀ ਜਿਹਦਾ ਘਰ-ਬਾਰ ਕੋਈ ਨਹੀਂ ਸੀ, ਜਿਹਦਾ ਪਰਿਵਾਰ ਕੋਈ ਨਹੀਂ ਸੀ, ਜਿਹਦਾ ਸਰੀਰ ਵੀ ਕੋਹੜ ਨਾਲ ਗਲ ਗਿਆ ਸੀ, ਗੁਰੂ ਅਮਰਦਾਸ ਜੀ ਨੇ ਉਹਦੇ ਤੇ ਕਿਰਪਾ ਕੀਤੀ, ਉਹਦਾ ਕੋਹੜ ਵੀ ਦੂਰ ਕੀਤਾ, ਉਹਦਾ ਵਿਆਹ ਵੀ ਕੀਤਾ ਤੇ ਉਹਨੂੰ ਬੜੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਦੇ ਕੇ 22 ਮੰਜੀਆਂ ਵਿੱਚੋਂ ਇੱਕ ਮੰਜੀ ਵੀ ਬਖਸ਼ੀ ਤੇ ਮੁਰਾਰੀ ਉਹਦਾ ਨਾਮ ਰੱਖਿਆ। ਮੱਥੋ ਮੁਰਾਰੀ ਨੂੰ ਮੰਜੀ ਬਖਸ਼ੀ। ਸੋ ਇਹੋ ਜਿਹੇ ਸਤਿਗੁਰੂ ਹਨ ਗੁਰੂ ਅਮਰਦਾਸ ਜੀ। ਨਮਸਕਾਰ ਤਨ ਠਾਨ। ਉਹਨਾਂ ਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ। ਸੂਰਜ ਸੋਢੀ ਬੰਸ ਕੇ। ਸੋਢੀ ਬੰਸ ਦੇ ਜੋ ਸੂਰਜ ਹਨ, ਬਿਦਤ ਸਕਲ ਜਗ ਜੋਏ। ਜਿਨ੍ਹਾਂ ਦੀ ਸਾਰੀ ਦੁਨੀਆ ਵਿੱਚ ਜੋਤ ਜਗਦੀ ਹੈ। ਨਮੋ ਚਰਨ ਪਰ ਨਿਤ ਕਰੋ। ਉਹਨਾਂ ਦੇ ਚਰਨਾਂ ਤੇ ਮੈਂ ਰੋਜ਼ ਮੱਥਾ ਟੇਕਦਾ ਨਮਸਕਾਰ ਕਰਦਾ ਹਾਂ। ਰਾਮਦਾਸ ਗੁਰ ਸੋਏ। ਧੰਨ ਗੁਰੂ ਰਾਮਦਾਸ ਮਹਾਰਾਜ ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਸਤਿਗੁਰੂ ਰਾਮਦਾਸ ਜੀ ਨੂੰ ਮੇਰੀ ਨਮਸਕਾਰ ਹੈ। ਅਜਰ ਚਰਨ ਧੀਰਜ ਧਰਨ। ਧੰਨ ਗੁਰੂ ਅਰਜਨ ਦੇਵ ਜੀ ਕੈਸੇ ਹਨ ਜੋ ਅਜਰ ਨੂੰ ਜਰਨ ਵਾਲੇ ਹਨ ਤੇ ਬੜੀ ਧੀਰਜ ਨਾਲ ਤਤੀਆਂ ਤਵੀਆਂ ਤੇ ਬਹਿ ਗਏ ਹਨ। ਤਾਰਨ ਜਨਨ ਜਹਾਜ। ਉਹ ਆਪਣੇ ਸਿੱਖਾਂ ਦਾ ਜਹਾਜ਼ ਬੇੜਾ ਭਵ ਸਾਗਰ ਤੋਂ ਪਾਰ ਲਾਣ ਵਾਲੇ ਹਨ। ਨਮੋ ਚਰਨ ਅਰਵਿੰਦ ਕੋ। ਉਹਨਾਂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ। ਸ੍ਰੀ ਅਰਜਨ ਸੁਖ ਸਾਜ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੁੱਖਾਂ ਦਾ ਸਾਜ ਬਣਾਉਣ ਵਾਲੇ ਹਨ। ਸ੍ਰੇਸ਼ਟ ਆਯੁਧ ਧਰਨ ਮਹਿ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰ ਧਾਰੀਆਂ ਚੋਂ ਸਭ ਤੋਂ ਯੋਧੇ ਸ੍ਰੇਸ਼ਟ ਯੋਧੇ ਹਨ। ਤੁਰਕਨ ਹਰਨ ਸਮਾਜ। ਤੁਰਕਾਂ ਦੇ ਸਮਾਜ ਨੂੰ ਹਰਨ ਵਾਲੇ, ਨਾਸ ਕਰਨ ਵਾਲੇ ਹਨ। ਬੰਧਨ ਠਾਨੋ ਬੰਦ ਕਰ। ਦੋਵੇਂ ਹੱਥ ਜੋੜ ਕੇ ਮੈਂ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਦਾ ਹਾਂ। ਹਰਗੋਬਿੰਦ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਰਾਜਿਆਂ ਦੇ ਰਾਜੇ ਹਨ, ਮਹਾਰਾਜਿਆਂ ਦੇ ਮਹਾਰਾਜੇ ਹਨ। ਦਾਤਾ ਭੋਗ ਰੋ ਮੋਖ ਕੇ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਕੈਸੇ ਹਨ? ਕਹਿੰਦੇ ਭੋਗ ਔਰ ਮੋਖ ਦੇ ਦਾਤੇ ਹਨ। ਸੰਸਾਰ ਦੇ ਸੁੱਖ ਵੀ ਦਿੰਦੇ ਹਨ ਆਪਣੇ ਸਿੱਖਾਂ ਨੂੰ
ਤੇ ਪਰਲੋਕ ਦੇ ਸੁੱਖ ਵੀ ਆਪਣੇ ਸਿੱਖਾਂ ਨੂੰ ਦਿੰਦੇ ਹਨ। ਸਤਿਗੁਰੂ ਜੀ ਦਾਸਨ ਸਦਾ ਸਹਾਇ, ਆਪਣੇ ਦਾਸਾਂ ਦੀ ਸਦਾ ਹੀ ਸਹਾਇਤਾ ਕਰਦੇ ਹਨ। ਗੁਰੂ ਹਰਿ ਰਾਏ ਸਾਹਿਬ ਜੀ ਨਮੋ ਨਮੋ ਪਦ ਕਮਲ ਕੋ, ਉਹਨਾਂ ਦੇ ਚਰਨ ਕਮਲਾਂ ਤੇ ਨਮਸਕਾਰ ਹੈ, ਮੇਰੀ ਨਮਸਕਾਰ ਹੈ। ਸ੍ਰੀ ਸਤਿਗੁਰੂ ਹਰਿ ਰਾਏ, ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਮੇਰੀ ਨਮਸਕਾਰ ਹੈ। ਬਾਲ ਅਵਸਥਾ ਗਿਆਨਵਾਨ, 8ਵੇਂ ਪਾਤਸ਼ਾਹ ਜੀ ਕੈਸੇ ਹਨ? ਬਾਲ ਅਵਸਥਾ ਕੇਵਲ 8 ਸਾਲ ਦੀ ਉਮਰ ਦੇ ਵਿੱਚ ਗੂੰਗਿਆਂ ਤੋਂ ਗੀਤਾ ਦੇ ਅਰਥ ਕਰਵਾ ਦਿੱਤੇ ਹਨ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਬਾਲ ਅਵਸਥਾ ਵਿੱਚ ਵੀ ਪਰਮ ਬ੍ਰਹਮ ਗਿਆਨ ਦੀ ਅਵਸਥਾ ਦਿਖਾਈ ਹੈ। ਨਾਸ਼ਕ ਬਿਘਨ ਵਿਸਾਲ, ਔਰ ਬਿਘਨਾਂ ਦਾ ਨਾਸ ਕਰਕੇ ਵਿਖਾਇਆ। ਦੁਨੀਆ ਨੂੰ ਦੱਸ ਦਿੱਤਾ ਵੀ ਗੁਰੂ ਕੋਈ ਸਰੀਰ ਨਹੀਂ ਹੁੰਦਾ, ਗੁਰੂ ਜੋਤ ਹੁੰਦੀ ਹੈ। ਜੇ ਗੁਰੂ ਸਰੀਰ ਹੋਵੇ ਤੇ 8 ਸਾਲ ਦਾ ਬੱਚਾ ਗੁਰੂ ਨਹੀਂ ਬਣ ਸਕਦਾ, ਪਰ 8 ਸਾਲ ਦੀ ਉਮਰ ਵਿੱਚ ਗੂੰਗਿਆਂ ਤੋਂ ਗੀਤਾ ਦੇ ਅਰਥ ਕਰਾ ਦੇਣੇ, ਇਹ ਮੇਰੇ ਸਤਿਗੁਰੂ 8ਵੇਂ ਪਾਤਸ਼ਾਹ ਦੀ ਪ੍ਰਤੱਖ ਕਲਾ ਹੈ। ਹਾਂਜੀ, ਚਰਨ ਸਰੋਜਨ ਕੋ ਨਮੋ, ਮਹਾਰਾਜ ਗੁਰੂ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਤੇ ਚਰਨ ਕਮਲਾਂ ਤੇ ਮੇਰੀ ਨਮਸਕਾਰ ਹੈ। ਸ੍ਰੀ ਹਰਿ ਕ੍ਰਿਸ਼ਨ ਕਿਰਪਾਲ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੜੇ ਕਿਰਪਾਲੂ ਸਤਿਗੁਰੂ ਹਨ। ਤੇਗ ਬਹਾਦਰ ਸਤਿਗੁਰੂ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 9ਵੇਂ ਪਾਤਸ਼ਾਹ ਜੀ, ਹਾਜ਼ਰ ਜਹ ਸਿਮਰੰਤ, ਜਿੱਥੇ ਉਹਨਾਂ ਨੂੰ ਯਾਦ ਕਰੀਏ ਉੱਥੇ ਹੀ ਹਾਜ਼ਰ ਹੋ ਜਾਂਦੇ ਹਨ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਹਾਂਜੀ, ਪਗ ਪੰਕਜ ਪ੍ਰਣਾਮ ਲਿਹੋ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਮੇਰੀ ਨਮਸਕਾਰ ਤੁਹਾਡੇ ਚਰਨਾਂ ਤੇ ਪ੍ਰਵਾਨ ਕਰ ਲਵੋ। ਪਰਮ ਰੂਪ ਭਗਵੰਤ, ਤੁਸੀਂ ਪਰਮਾਤਮਾ ਦਾ ਭਗਵੰਤ ਦਾ ਪ੍ਰਤੱਖ ਰੂਪ ਹੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਹਿੰਦ ਧਰਮ ਕੇ ਆਸਰਾ, 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਿੰਦੂ ਧਰਮ ਦੀ ਰੱਖਿਆ ਕੀਤੀ ਹੈ। ਹਿੰਦੂ ਧਰਮ ਖਤਮ ਹੋ ਜਾਣਾ ਸੀ ਜੇ 10ਵੇਂ ਪਾਤਸ਼ਾਹ ਮਹਾਰਾਜ ਸਰਬੰਸਦਾਨੀ ਆਪਣਾ ਪਰਿਵਾਰ ਨਾ ਵਾਰਦੇ। ਹਿੰਦ ਧਰਮ ਦੇ ਆਸਰਾ ਹਨ ਸਤਿਗੁਰੂ ਜੀ। ਤੁਰਕਨ ਤੇਜ ਪਿਨਾਜ, ਤੇ ਤੁਰਕਾਂ ਦਾ ਤੇਜ ਖਤਮ ਕਰ ਦਿੱਤਾ ਹੈ, ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ ਮੁਗਲਾਂ ਦੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 10ਵੇਂ ਪਾਤਸ਼ਾਹ ਕਲਗੀਧਰ ਪਿਤਾ ਸਰਬੰਸਦਾਨੀ ਸਤਿਗੁਰੂ, ਨਮੋ ਚਰਨ ਕੇ ਪਾਸ, ਆਪ ਜੀ ਦੇ ਚਰਨ ਕਮਲਾਂ ਤੇ ਦਾਸ ਦੀ ਨਮਸਕਾਰ ਹੈ, ਵੰਦਨਾ ਹੈ, ਮੱਥਾ ਟੇਕਦਾ ਹਾਂ। ਇਸ ਤਰ੍ਹਾਂ 10 ਪਾਤਸ਼ਾਹੀਆਂ ਦਾ, ਧੰਨ ਗੁਰੂ ਖਾਲਸੇ ਪੰਥ ਦਾ, ਗੁਰੂ ਗ੍ਰੰਥ ਦਾ ਮੰਗਲਾ ਚਰਨ ਕਰਕੇ ਕਵੀ ਜੀ ਕਥਾ ਆਰੰਭ ਕਰਦੇ ਹਨ। ਨਿਸ਼ਾਨੀ ਛੰਦ, ਰਾਮ ਕੋਇਰ ਭਾਰੀ ਕਥਾ ਵਰਣਤ ਸੁਣਾਵੈ। ਭਾਈ ਰਾਮ ਕੋਇਰ ਬਾਬਾ ਬੁੱਢਾ ਸਾਹਿਬ ਜੀ ਦੀ 9ਵੀਂ ਪੀੜ੍ਹੀ ਚੋਂ ਹੋਏ ਨੇ। ਆਪ 6ਵੀਂ ਪੀੜ੍ਹੀ ਚੋਂ ਇਹਨਾਂ ਨੇ ਸਾਧ ਸੰਗਤ ਜੀ ਇਹ ਕਥਾ ਖਾਲਸੇ ਨੂੰ ਸੁਣਾਈ ਹੈ ਸਾਰੀ। ਸੁਨਹਿ ਸਿੰਘ ਚਿਤ ਚੌਂਪ ਸੋ ਮਨ ਮੋਦਿਓ ਪਾਵੈ। ਸਿੰਘ ਬੜੇ ਪ੍ਰੇਮ ਨਾਲ ਭਾਈ ਰਾਮ ਕੋਇਰ ਜੀ ਕੋਲੋਂ ਗੁਰੂ ਸਾਹਿਬਾਂ ਦੀ ਇਹ ਕਥਾ ਪਿੰਡ ਰਮਦਾਸ ਵਿੱਚ ਬਹਿ ਕੇ ਸੁਣ ਰਹੇ ਨੇ ਤੇ ਖੁਸ਼ੀਆਂ ਦੇ ਨਾਲ, ਪ੍ਰਸੰਨਤਾ ਦੇ ਨਾਲ ਸੁਣਦੇ ਨੇ। ਤ੍ਰਿਪਤ ਨ ਹੋਏ ਜਿਤ ਰੁਚ ਬਦਹਿ ਬੂਝਤ ਪੁਨ ਔਰਿਆਂ। ਕਹਿੰਦੇ ਕਥਾ ਸੁਣਦਿਆਂ ਹੋਰ ਸ਼ੌਂਕ ਪੈਦਾ ਹੁੰਦਾ ਸੁਣਨ ਦਾ, ਰੱਜਦੇ ਹੀ ਨਹੀਂ। ਹੋਰ ਸੁਣਾਓ ਭਾਈ ਸਾਹਿਬ, ਅੱਗੇ ਵੀ ਸੁਣਾਓ, ਹੋਰ ਸੁਣਾਓ। ਫਿਰ ਭਾਈ ਸਾਹਿਬ ਹੋਰ ਸੁਣਾਈ ਜਾਂਦੇ। ਭਾਈ ਸਾਹਿਬ ਨੂੰ ਵੀ ਆਨੰਦ ਆਉਂਦਾ ਕਥਾ ਕਰਦਿਆਂ, ਸਿੱਖਾਂ ਨੂੰ ਵੀ ਆਉਂਦਾ। ਰਮਦਾਸ ਪਿੰਡ ਹੈ ਸਾਧ ਸੰਗਤ ਜੀ, ਮਾਝੇ 'ਚ ਡੇਰਾ ਬਾਬਾ ਨਾਨਕ ਵਾਲੇ ਪਾਸੇ ਹੈ। ਇਹ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਬਾਬਾ ਬੁੱਢਾ ਸਾਹਿਬ ਜੀ ਨੇ ਪਿੰਡ ਵਸਾਇਆ ਤੇ ਗੁਰੂ ਰਾਮਦਾਸ ਸਾਹਿਬ ਨੂੰ ਉੱਥੇ ਬੁਲਾਇਆ। ਕਹਿਣ ਲੱਗੇ ਮਹਾਰਾਜ ਮੈਂ ਆਪਣੇ ਪਿੰਡ ਦਾ ਨਾਮ ਤੁਹਾਡੇ ਨਾਂ ਤੇ ਰੱਖਣਾ। ਤੇ ਸਤਿਗੁਰੂ ਕਹਿੰਦੇ ਤੁਹਾਡੇ ਪੋਤੇ ਦੇ ਨਾਂ ਤੇ ਰੱਖ ਦਿੰਦੇ ਆ, ਝੰਡੇ ਦੇ। ਉਦੋਂ ਝੰਡੇ ਦਾ ਜਨਮ ਹੋਇਆ ਸੀਗਾ। ਮਹਾਰਾਜ ਕਹਿੰਦੇ ਝੰਡੇ ਦੇ ਨਾਂ ਤੇ ਨਾਲੇ ਪੋਤੇ ਦਾ ਨਾਮ ਝੰਡਾ ਰੱਖਿਆ ਤੇ ਨਾਲ ਹੀ ਸਤਿਗੁਰੂ ਕਹਿੰਦੇ ਝੰਡੇ ਰਾਮਦਾਸ ਕੇ ਕਰ ਦਿਓ। ਉਹ ਪਿੰਡ ਦਾ ਨਾਮ ਝੰਡੇ ਰਾਮਦਾਸ ਕੇ ਰੱਖਿਆ ਸੀ। ਬਾਅਦ ਵਿੱਚ ਸੰਗਤਾਂ ਉਹਦਾ ਨਾਮ ਰਮਦਾਸ ਲੈਣ ਲੱਗ ਪਈ। ਹੁਣ ਰਮਦਾਸ ਹੀ ਪ੍ਰਸਿੱਧ ਹੈ। ਸੋ ਉੱਥੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਮਹਾਂਪੁਰਸ਼ਾਂ ਦਾ ਪਰਿਵਾਰ ਰਿਹਾ। ਉਹਨਾਂ ਦੀ ਇਹ 6ਵੀਂ 7ਵੀਂ ਪੀੜ੍ਹੀ 'ਚ ਹੋਏ ਨੇ ਭਾਈ ਰਾਮ ਕੋਇਰ ਬ੍ਰਹਮ ਗਿਆਨੀ।
ਜਿਨ੍ਹਾਂ ਨੇ ਕਲਗੀਧਰ ਨੂੰ ਗੁਰਿਆਈ ਦਾ ਤਿਲਕ ਵੀ ਦਿੱਤਾ ਹੈ। ਆਪ ਜੀ ਦੀ ਅਵਸਥਾ ਹਰ ਵੇਲੇ ਤੁਰੀ ਅਵਸਥਾ ਚੌਥੇ ਪਦ ਵਿੱਚ ਰਹਿੰਦੇ ਸੀ। ਗੁਰਮੁਖ ਅੰਤਰ ਸਹਿਜ ਹੈ ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੈ ਊਂਘ ਨ ਭੁਖ ਹੈ ਅਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ ਜਿਥੈ ਆਤਮ ਰਾਮ ਪ੍ਰਗਾਸ। ਐਸੀ ਉੱਚ ਅਵਸਥਾ ਦੇ ਮਾਲਕ ਤਤ ਬੇਤੇ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਜੀ ਖਾਲਸੇ ਨੂੰ ਕਥਾ ਸੁਣਾ ਰਹੇ ਨੇ। ਇਹ ਕਿਹੜੇ ਸਿੰਘ ਨੇ ਜਿਹੜੇ ਹਜੂਰ ਸਾਹਿਬ ਤੋਂ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਕਰਕੇ ਵਿਜੋਗੀ ਹੋ ਕੇ ਪੰਜਾਬ ਆ ਗਏ। ਕੁਝ ਸਿੰਘ ਦਿੱਲੀ ਰਹਿ ਗਏ, ਕੁਝ ਮਾਤਾ ਜੀ ਕੋਲ ਕੁਝ ਪਟਨੇ ਸਾਹਿਬ ਚਲੇ ਗਏ, ਕੁਝ ਸਾਧ ਸੰਗਤ ਜੀ ਭਾਈ ਮਨੀ ਸਿੰਘ ਜੀ ਕੋਲ ਸ੍ਰੀ ਅੰਮ੍ਰਿਤਸਰ ਆ ਨਿਵਾਸ ਕੀਤਾ, ਤੇ ਕੁਝ ਸਿੰਘ ਭਾਈ ਸਾਹਿਬ ਕੋਲ ਰਾਮਦਾਸ ਜੀ ਕੋਲ ਰਮਦਾਸ ਪਿੰਡ ਵਿੱਚ ਭਾਈ ਰਾਮ ਕੋਇਰ ਜੀ ਕੋਲ ਜਾ ਪਹੁੰਚੇ ਹਨ। ਭਾਈ ਰਾਮ ਕੋਇਰ ਜੀ ਉਹਨਾਂ ਨੂੰ ਕਥਾ ਸੁਣਾਉਂਦੇ ਆ, ਸਿੰਘ ਸੁਣਦੇ ਤੇ ਸਾਹਿਬ ਸਿੰਘ ਲਿਖਾਰੀ ਲਿਖੀ ਜਾਂਦਾ ਹੈ। ਸ੍ਰੀ ਹਰਗੋਬਿੰਦ ਕੀ ਕਥਾ ਸੁਰਨ ਸਿਰਮੌਰੰ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਇਹ ਸੂਰਮਿਆਂ ਦੇ ਸਿਰਮੌਰ ਸਤਿਗੁਰਾਂ ਦੀ ਕਥਾ ਹੈ, ਜੋ ਅੱਗੇ ਚੱਲ ਕੇ ਆਪਾਂ ਸਰਵਣ ਕਰਾਂਗੇ। ਗੁਰੂ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੋ ਕੌਤਕ ਕੀਤੇ ਹਨ ਉਹ ਬੇਅੰਤ ਹੀ ਅਚਰਜ ਕੌਤਕ ਹਨ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ, ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ।